ਸਾਨੂੰ ਜੈਮਸੀ ਦੀ ਕਹਿੰਦੇ ਆ ਜੀ। ਹਾਲੇਲੂਇਆ। दूर दूर बैठे हाँ। हाँ जी हाँ जी, इसलिए हाँ जी हाथ लम्मा करना पैंदा है। हालेलुया जी जी सर। परमेश्वर का शुक्र करते हैं जी। ਆਪਾਂ ਬਾਈਬਲ ਸਟੱਡੀ ਪ੍ਰਕਾਸ਼ ਦੀ ਪੋਥੀ ਮੁਕਾਸ਼ਵਾ ਦੀ ਕਰ ਰਹੇ ਹਾਂ। 20ਵੇਂ ਚੈਪਟਰ ਦੇ ਆਪਣੇ ਅਗਲੀਆਂ ਆਇਤਾਂ ਪੜ੍ਹਦੇ ਹਾਂ ਜੀ। ਜੀ ਤੇ 4 ਤੋਂ 10 ਪੜ੍ਹਦੇ ਹੋ। ਹਾਂਜੀ 4 ਇਹਨਾਂ ਦਾ ਬੜਾ ਲਿੰਕ ਹੈ ਹਾਂਜੀ, ਔਰ ਬੜਾ ਹੀ ਮਟੀਰੀਅਲ ਇਹਦੇ ਅੰਦਰ। ਹਾਂਜੀ ਤੇ 4 ਤੋਂ 10 ਪੜ੍ਹਦੇ ਹਾਂ। ਮੁਕਾਸ਼ਵਾ ਪ੍ਰਕਾਸ਼ ਦੀ ਪੋਥੀ ਬੁੱਕ ਆਫ ਰੈਵਲੇਸ਼ਨ 20 ਦੀ 4 ਤੋਂ 10 ਦੇ ਵਿੱਚ ਇਹ ਲਿਖਿਆ ਹੈ, ਫਿਰ ਮੈਂ ਤਖਤ ਲੱਗੇ ਹੋਏ ਦੇਖੇ, ਉਹਨਾਂ ਤੇ ਬੈਠਣ ਵਾਲਿਆਂ ਨੂੰ ਨਿਆਂ ਕਰਨ ਦਾ ਅਧਿਕਾਰ ਦਿੱਤਾ ਗਿਆ ਸੀ। ਮੈਂ ਉਹਨਾਂ ਸਭ ਦੀਆਂ ਆਤਮਾਵਾਂ ਨੂੰ ਦੇਖਿਆ ਜੋ ਮਸੀਹ ਦੀ ਗਵਾਹੀ ਦੇਣ ਅਤੇ ਪਰਮੇਸ਼ਰ ਦਾ ਵਚਨ ਸੁਣਾਉਣ ਕਾਰਨ ਕਤਲ ਕੀਤੇ ਹੋਏ ਸਨ। ਵਾਹ। ਉਹਨਾਂ ਪਸ਼ੂ ਜਾਂ ਉਸਦੇ ਬੁੱਤ ਦੀ ਪੂਜਾ ਨਹੀਂ ਕੀਤੀ ਸੀ ਅਤੇ ਨਾ ਹੀ ਆਪਣੇ ਮੱਥੇ ਤੇ ਜਾਂ ਹੱਥਾਂ ਉੱਪਰ ਉਸਦੀ ਮੋਹਰ ਲਾਈ ਸੀ। ਉਹ ਸਭ ਫਿਰ ਜੀ ਉੱਠੇ ਅਤੇ ਉਹਨਾਂ ਮਸੀਹ ਦੇ ਨਾਲ ਮਿਲ ਕੇ 1000 ਸਾਲ ਤੱਕ ਰਾਜ ਕੀਤਾ। ਪਰ ਬਾਕੀ ਦੇ ਮਰੇ ਹੋਏ 1000 ਸਾਲ ਦੇ ਪੂਰੇ ਹੋਣ ਤੱਕ ਜੀ ਨਹੀਂ ਉੱਠੇ ਸੀ। ਇਹ ਪਹਿਲਾ ਪੁਨਰ ਉਥਾਨ ਹੈ। ਧੰਨ ਹਨ ਪਰਮੇਸ਼ਰ ਦੇ ਉਹ ਲੋਕ ਜੋ ਪਹਿਲੇ ਪੁਨਰ ਉਥਾਨ ਦੇ ਭਾਗੀ ਹਨ। ਹਾਂਜੀ, ਉਹਨਾਂ ਤੇ ਦੂਜੀ ਮੌਤ ਦਾ ਕੋਈ ਅਧਿਕਾਰ ਨਹੀਂ ਹੋਵੇਗਾ। ਉਹ ਪਰਮੇਸ਼ਰ ਦੇ ਪੁਰੋਹਿਤ ਹੋਣਗੇ ਅਤੇ ਮਸੀਹ ਦੇ ਨਾਲ 1000 ਸਾਲ ਤੱਕ ਰਾਜ ਕਰਨਗੇ। ਹਾਂਜੀ, ਫਿਰ ਅੱਗੇ ਹੈ ਜੀ ਹੈਡਿੰਗ ਜੋ ਹੈ ਸ਼ੈਤਾਨ ਦੀ ਹਾਰ। ਹਾਂਜੀ, ਉਹਦੇ ਵਿੱਚ ਲਿਖਿਆ ਹੈ, ਤਦ 1000 ਸਾਲ ਪੂਰਾ ਹੋ ਜਾਣ ਤੇ ਸ਼ੈਤਾਨ ਫਿਰ ਖੁੱਲ੍ਹਾ ਛੱਡ ਦਿੱਤਾ ਜਾਵੇਗਾ। ਉਹ ਸਭ ਧਰਤੀ ਦੀਆਂ ਕੌਮਾਂ ਨੂੰ ਕੁਰਾਹੇ ਪਾਉਣ ਲਈ ਨਿਕਲੇਗਾ, ਅਰਥਾਤ ਗੋਗ ਅਤੇ ਮਗੋਗ ਜੋ ਧਰਤੀ ਦੀਆਂ ਚੌਹਾਂ ਨੁੱਕਰਾਂ ਤੱਕ ਫੈਲਿਆ ਹੋਇਆ ਹਨ। ਉਹਨਾਂ ਦੀ ਗਿਣਤੀ ਸਮੁੰਦਰ ਦੀ ਰੇਤ ਵਾਂਗ ਹੈ। ਉਹ ਉਹਨਾਂ ਨੂੰ ਲੜਾਈ ਦੇ ਲਈ ਇੱਕ ਥਾਂ ਇਕੱਠਿਆਂ ਕਰੇਗਾ। ਇਸ ਲਈ ਉਹਨਾਂ ਨੇ ਸਾਰੀ ਫੈਲੀ ਹੋਈ ਧਰਤੀ ਤੇ ਹਮਲਾ ਕਰਕੇ ਪਰਮੇਸ਼ਰ ਦੇ ਲੋਕਾਂ ਨੂੰ ਛਾਉਣੀ ਨੂੰ ਘੇਰ ਲਿਆ, ਅਰਥਾਤ ਉਸ ਸ਼ਹਿਰ ਨੂੰ ਜਿਸ ਨੂੰ ਪਰਮੇਸ਼ਰ ਪਿਆਰ ਕਰਦਾ ਹੈ। ਪਰ ਇਬਲੀਸ ਅਰਥਾਤ ਸ਼ੈਤਾਨ ਉਹਨਾਂ ਨੂੰ ਕੁਰਾਹੇ ਪਾਉਣ ਵਾਲਾ ਉਸ ਅੱਗ ਅਤੇ ਗੰਧਕ ਦੀ ਝੀਲ ਵਿੱਚ ਸੁੱਟਿਆ ਗਿਆ ਜਿੱਥੇ ਪਸ਼ੂ ਅਤੇ ਝੂਠਾ ਨਬੀ ਪਹਿਲਾਂ ਹੀ ਸੁੱਟੇ ਗਏ ਸਨ। ਉਹ ਸਭ ਉਸ ਤੇ ਰਾਤ ਦਿਨ ਅਨੰਤ ਕਾਲ ਤੱਕ ਪੀੜਾ ਨਾਲ ਤੜਫਣਗੇ। ਪ੍ਰਭੂ ਦੇ ਵਚਨ ਦੇ ਪੜ੍ਹੇ ਜਾਣੇ ਤੇ ਉਹਦੀ ਬਰਕਤ ਹੋਵੇ। ਹਾਲੇਲੂਇਆ। ਇਹ ਨਾ ਚੂੰਕਿ ਇਹ 4 ਤੋਂ 10 ਆਇਤਾਂ ਤੁਸੀਂ ਪੜ੍ਹੀਆਂ ਨੇ, ਇਹਨਾਂ ਦਾ ਆਪਸ ਵਿੱਚ ਲਿੰਕ ਹੈ ਔਰ ਬਹੁਤ ਕੁਛ ਹੈ। ਅਸੀਂ ਕੋਸ਼ਿਸ਼ ਕਰਨੇ ਆ ਕਿ ਜਿੰਨਾ ਵੀ ਇਹਦੇ ਨਾਲ ਤਾਲੁਕ ਰੱਖਦਾ ਉਹਨੂੰ ਬਿਆਨ ਕਰੀਏ। ਸੋ ਇਹ ਜਿਹੜਾ ਅਸੀਂ ਵੇਖਿਆ ਹੈ ਕਿ ਇਹ ਪ੍ਰਕਾਸ਼ ਦੀ ਪੋਥੀ ਦਾ ਬੁੱਕ ਆਫ ਰੈਵਲੇਸ਼ਨ 20 ਦੀ 4 ਤੋਂ 6 ਦੇ ਵਿੱਚ, ਬਲਕਿ 7 ਤੱਕ ਅਸੀਂ ਵੇਖਦੇ ਹਾਂ ਕਿ ਇਹ ਜਿਹੜੇ ਗ੍ਰੇਟ ਟ੍ਰਿਬੂਲੇਸ਼ਨ ਜਾਂ ਬਹੁਤ ਵੱਡੀ ਮੁਸੀਬਤਾਂ ਦੇ ਵਿੱਚ ਜਿਹੜੇ ਲੋਕ ਸ਼ਹਾਦਤੀਆਂ ਜਿਨ੍ਹਾਂ ਨੇ ਦਿੱਤੀਆਂ, ਭਾਈ ਕਿਉਂ ਦਿੱਤੀਆਂ ਕਿ ਉਹਨਾਂ ਨੇ ਐਂਟੀ ਕ੍ਰਾਈਸਟ ਜਾਂ ਯਿਸੂ ਦੇ ਵਿਰੋਧੀ ਦੀ ਮੋਹਰ ਹੈ ਜੀ, ਉਹਦਾ ਨਿਸ਼ਾਨ ਹੈ ਤੇ ਉਹਦਾ ਨੰਬਰ ਨਹੀਂ ਲਿਆ, ਉਹਨਾਂ ਇਨਕਾਰ ਕਰ ਦਿੱਤਾ। ਜਿਸ ਤਰ੍ਹਾਂ ਅਸੀਂ ਪਿਛਲੀਆਂ ਆਇਤਾਂ 'ਚ ਵੇਖਿਆ ਕਿ 3 ਦੂਤ ਵੇਖ ਰਹੇ ਹਾਂ, ਇੱਕ ਆਇਆ ਉਹ ਕਹਿਣ ਲੱਗਾ ਉਹ ਭਾਈਓ ਨਾ ਲਿਓ, ਜਿਹੜਾ ਲੈ ਲੇਗਾ ਉਹ ਹਮੇਸ਼ਾ ਦੇ ਉਹਨੂੰ ਕੀ ਕਹਿ ਲਓ ਦੁੱਖ ਵਿੱਚ ਰਹੇਗਾ। ਸੋ ਇਹ ਉਹ ਲੋਕ ਨੇ, ਇਹਨਾਂ ਨੇ ਕਾਇਮ ਰਹੇ ਨੇ ਈਮਾਨ ਦੇ ਵਿੱਚ, ਵਿਸ਼ਵਾਸ ਵਿੱਚ, ਅਤੇ ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਸ਼ਹਾਦਤੀਆਂ ਦਿੱਤੀਆਂ। ਔਰ ਇਹ ਉਹ ਲੋਕ ਨੇ ਜਿਹੜੇ ਅਸੀਂ ਇੱਥੇ ਵੇਖ ਰਹੇ ਹਾਂ ਕਿ
ਪ੍ਰਭੂ ਯਿਸੂ ਮਸੀਹ ਦੀ 1000 ਸਾਲਾ ਬਾਦਸ਼ਾਹੀ ਦੇ ਵਿੱਚ ਸ਼ਾਮਲ ਹੋਣਗੇ। 4 ਤੋਂ 6 7 ਆਇਤ। ਹੁਣ ਇਸ ਵਰਸ ਵਿੱਚ ਪਹਿਲੀ 7 ਆਇਤਾਂ ਵਿੱਚ 6 ਦਫਾ 1000 ਸਾਲਾ ਬਾਦਸ਼ਾਹੀ ਦਾ ਜ਼ਿਕਰ ਹੈ ਜਾਂ ਮਿਲੀਨੀਅਮ ਦਾ ਹੈ। ਤੇ ਹੁਣ 1000 ਸਾਲਾ ਬਾਦਸ਼ਾਹੀ ਦਾ ਜਾਂ ਕਿਹਨੂੰ ਕਹਿ ਲਓ ਮਿਲੀਨੀਅਮ ਜਾਂ ਪ੍ਰਭੂ ਯਿਸੂ ਮਸੀਹ ਦਾ ਮਤਲਬ ਇਹ ਵੇ ਕਿ ਪਿਤਾ ਪੁੱਤਰ ਤੇ ਪਵਿੱਤਰ ਆਤਮਾ ਮਿਲ ਕੇ ਇਸ ਧਰਤੀ ਉੱਤੇ ਇੱਕ ਇਹੋ ਜਿਹਾ ਰਾਜ ਲਿਆਉਣ ਲੱਗੇ ਨੇ ਜਿਹਨੂੰ ਪ੍ਰਭੂ ਯਿਸੂ ਮਸੀਹ ਜਿਹੜਾ ਹੈ ਉਹ ਆਪਣੇ ਸੰਘਾਸਣ ਤੇ ਬਹਿ ਕੇ ਜਿਹੜਾ ਹੈ ਉਹ ਸਾਰਿਆਂ ਉੱਤੇ ਹਕੂਮਤ ਕਰੇਗਾ। ਠੀਕ ਹੈ। ਇਹ ਬਹੁਤ ਪਹਿਲੇ ਉਤਪਤੀ 49 ਦੇ ਵਿੱਚ ਵੀ ਉਹਦੀ 10ਵੀਂ ਆਇਤ ਵਿੱਚ ਵੀ ਇਹ ਕਿ ਯਹੂਦਾ ਦੇ ਕਬੀਲੇ ਵਿੱਚੋਂ ਇੱਕ ਸ਼ਿਲੋ ਆਏਗਾ। ਯਾਨੀ ਸ਼ਿਲ ਦਾ ਮਤਲਬ ਹੈ ਪੁੱਤਰ, ਲੋ ਦਾ ਮਤਲਬ ਹੈ ਉਹ ਪੁੱਤਰ ਜਿਹਦੇ ਕੋਲ ਅਖਤਿਆਰ ਹੈ। ਠੀਕ ਹੈ। ਉਹ ਹਕੂਮਤ ਕਰੇਗਾ। ਸਾਮਸ 2 ਦੇ ਵਿੱਚ ਬੜੇ ਹੀ ਸਾਡੇ ਕੋਲ ਹਵਾਲੇ ਨੇ। ਸੋ ਇਹਦੇ ਕੁਝ ਪੁਆਇੰਟ ਅਸੀਂ ਲਾਜ਼ਮੀ ਦੇਖੀਏ ਕਿ ਇਹ ਵਾਕਈ ਇਹ 1000 ਸਾਲਾ ਬਾਦਸ਼ਾਹੀ ਦੇ ਮੁਤਲਕ, ਕਿਉਂਕਿ ਸ਼ਾਇਦ ਕੋਈ ਕਨਫਿਊਜ਼ਨ ਪੈਦਾ ਨਾ ਹੋਏ। ਨੰਬਰ 1 ਕਿ ਪ੍ਰਕਾਸ਼ ਦੀ ਪੋਥੀ 20 ਦੀ 1 ਤੋਂ 10 ਵਿੱਚ ਅਸੀਂ ਵੇਖਦੇ ਹਾਂ ਕਿ ਮਸੀਹ ਦੀ 1000 ਸਾਲਾ ਬਾਦਸ਼ਾਹੀ ਇਹਨੂੰ ਕਿਹਾ ਗਿਆ ਹੈ। ਜੋ ਕੁਝ ਇਹਦੇ ਵਿੱਚ ਲਿਖਿਆ ਹੈ ਇਹਦਾ ਇੱਕ ਹੀ ਲਿਖਿਆ ਗਿਆ ਕਿ ਮਸੀਹ ਦੀ 1000 ਸਾਲਾ ਬਾਦਸ਼ਾਹੀ। ਨੰਬਰ 2 ਇਫਸੀਆਂ 1 ਦੀ 10 ਦੇ ਵਿੱਚ ਇਹ 1000 ਸਾਲਾ ਬਾਦਸ਼ਾਹੀ ਦੇ ਮੁਤਲਕ ਡਿਫਰੈਂਟ ਨਾਂ ਨੇ। ਸੋ ਇਸ ਲਈ ਜਦੋਂ ਵੀ ਇਹ ਨਾਂ ਅਸੀਂ ਪੜ੍ਹੀਏ ਤਾਂ ਅਸੀਂ ਸਮਝ ਜਾਈਏ ਇਹਦਾ ਤਲਕ 1000 ਸਾਲਾ ਬਾਦਸ਼ਾਹੀ ਨੇ। ਸੋ ਇਫੀਸ਼ੀਅਨ ਚੈਪਟਰ 1 ਵਰਸ 10 ਦੇ ਵਿੱਚ ਇਹ ਲਿਖਿਆ ਜ਼ਮਾਨਿਆਂ ਦਾ ਪੂਰੇ ਹੋਣ ਦਾ ਵਕਤ ਹੈ। ਜਦੋਂ ਲਿਖਿਆ ਨਾ, ਪੜ੍ਹ ਦਿਓ ਜ਼ਰਾ ਪਲੀਜ਼। ਹਾਂਜੀ, ਇਫਸੀਆਂ 1 ਦੀ 10 ਦੇ ਵਿੱਚ ਲਿਖਿਆ। ਇਹਦਾ ਮਤਲਬ ਹੈ ਇਹ 1000 ਸਾਲਾ ਬਾਦਸ਼ਾਹੀ 'ਚ ਇਹ ਯੂਜ਼ ਹੋਣਗੇ ਟਰਮਸ ਜਾਂ ਨਾ, ਤੇ ਸਮਝ ਜਾਣਾ ਕਿ ਉਹ ਹੀ ਹੈ। ਹਾਂਜੀ, ਇਹਦੇ ਵਿੱਚ ਲਿਖਿਆ ਹੈ ਜੀ, ਉਹ ਇੱਛਾ ਇਹ ਹੈ ਜਿਸ ਦਾ ਮਿੱਥਿਆ ਸਮਾਂ ਆਉਣ ਤੇ ਸੰਸਾਰ ਦੀਆਂ ਸਭ ਚੀਜ਼ਾਂ ਅਰਥਾਤ ਸਵਰਗ ਅਤੇ ਧਰਤੀ ਦੀਆਂ ਮਸੀਹ ਵਿੱਚ ਇੱਕ ਹੋ ਜਾਣਗੀਆਂ। ਮਿੱਥਿਆ ਟਾਈਮ, ਹਾਂ, ਇਹ ਜਿੱਥੇ ਮਿੱਥਿਆ ਟਾਈਮ ਹੈ ਇਹਦਾ ਮਤਲਬ ਕਨਫਿਊਜ਼ ਨਾ ਹੋਈਏ 1000 ਸਾਲਾ ਬਾਦਸ਼ਾਹੀ ਦੀ ਗੱਲ ਹੋਈ। ਤੀਸਰੇ ਨੰਬਰ ਤੇ ਇਹ ਅਸੀਂ ਵੇਖੀਏ ਕਿ ਪਰਮੇਸ਼ਵਰ ਪ੍ਰਭੂ ਦੇ ਦਿਨ ਨੂੰ 1000 ਸਾਲਾ ਬਾਦਸ਼ਾਹੀ ਪ੍ਰਭੂ ਦੇ ਦਿਨ ਨੂੰ ਵੀ ਕਿਹਾ ਗਿਆ ਹੈ, ਲਾਰਡਸ ਡੇ। ਠੀਕ ਹੈ। ਇਹ ਬੜੇ ਹਵਾਲੇ ਜੇ ਲਿਖ ਲਓ। ਅਜ਼ਾਇਆ ਚੈਪਟਰ 2 ਵਰਸ 12, ਕਿਉਂਕਿ ਇਹ ਹੀ ਇੱਕ ਬੜਾ ਪ੍ਰੂਫ ਹੈ ਕਿ ਅਸੀਂ ਇਹ ਕਹਿ ਸਕਦੇ ਹਾਂ ਇੱਕ ਆਇਤ ਨਾਲ। ਅਜ਼ਾਇਆ ਚੈਪਟਰ 2 ਵਰਸ 12। ਠੀਕ ਹੈ। ਪੰਜਾਬੀ 'ਚ ਹੀ ਬੋਲਣਾ। ਯਸਾਇਆ 2 ਦੀ 12। ਹਾਂ, ਅਜ਼ਾਇਆ 2 ਦੀ 12। ਯਸਾਇਆ 13 ਦੀ 6ਵੀਂ ਤੇ 9ਵੀਂ ਆਇਤ। 13 ਦੀ 6 ਤੇ 9। ਤੇ ਯਸਾਇਆ 34 ਦੀ 8। ਯਸਾਇਆ 34 ਦੀ 8। ਹਿਸਕੀਏਲ 30 ਦੀ 3 ਆਇਤ, 30 ਦੀ 3। 30 ਦੀ 3 ਜੀ। ਆਮੂਸ ਜਾਂ ਏਮਸ 5 ਦੀ 18। ਏਮਸ 5 ਦੀ 18। ਯੂਏਲ 2 ਦੀ 1। ਯੂਏਲ 2 ਦੀ 1। 2 ਦੀ 1। ਜ਼ਫਨਾਇਆ ਜਾਂ ਸਫਨੀਆ 1 ਦੀ 7ਵੀਂ। ਜ਼ਫਨਾਇਆ, ਹਾਂਜੀ, 1 ਦੀ 7ਵੀਂ, 8ਵੀਂ ਤੇ 18ਵੀਂ ਆਇਤ। ਠੀਕ ਹੈ। ਯਾਨੀ 7ਵੀਂ, 8ਵੀਂ ਤੇ 18ਵੀਂ ਆਇਤ। ਜ਼ਫਨਾਇਆ ਜਾਂ ਸਫਨੀਆ 2 ਦੀ 2 ਤੇ 3। ਜ਼ਫਨਾਇਆ 2 ਦੀ 2 ਤੇ 3। ਦੇਖੋ ਕਿੰਨੇ ਵਾਲੇ ਨੇ। ਜ਼ਕਰੀਆ ਚੈਪਟਰ 4, ਜ਼ਕਰੀਆ 14 ਦੀ 1 ਤੋਂ 21 ਦੇ ਵਿੱਚ ਪੂਰਾ ਦੱਸਿਆ ਗਿਆ 1000 ਸਾਲਾ ਬਾਦਸ਼ਾਹੀ ਦੀ। ਸੋ ਮਲਾਕੀ ਪੂਰਾ 4 ਚੈਪਟਰ ਦੇ ਵਿੱਚ 1000 ਸਾਲਾ ਬਾਦਸ਼ਾਹੀ ਦੇ ਲਈ ਇਹ ਦੱਸਿਆ ਗਿਆ। ਇਹ ਪਰਮੇਸ਼ਵਰ ਦਾ ਦਿਨ ਦੇ ਮੁਤਲਕ ਗੱਲ ਕਰ ਰਹੇ ਹਾਂ। ਅੱਗੇ ਮਤਲਬ ਪ੍ਰਭੂ ਦਾ ਦਿਨ। ਠੀਕ ਹੈ। ਪਹਿਲਾ ਥਸਲਨੀਕੀਆਂ 5 ਦੀ 2। ਪਹਿਲਾ ਥਸਲਨੀਕੀਆਂ 5 ਦੀ 2। ਦੂਸਰਾ ਥਸਲਨੀਕੀਆਂ 2 ਦੀ 1 ਤੋਂ 8। ਤੇ ਦੂਸਰਾ ਪਤਰਸ 3 ਦੀ 10 ਵਿੱਚ
ਇਹ ਸਾਰੇ ਹਵਾਲੇ ਦੱਸਦੇ ਨੇ ਕਿ ਜਿੱਥੇ ਪ੍ਰਭੂ ਦਾ ਦਿਨ, ਲਾਰਡਸ ਦਿਨ, ਇਹ 1000 ਸਾਲਾ ਬਾਦਸ਼ਾਹੀ ਲਈ ਹੈ। ਇਹਨੂੰ ਜਦੋਂ ਡਿਟੇਲ ਇਹ ਬੜੀ ਸਬੂਤ ਦੀ ਗੱਲ ਹੈ। ਅੱਗੇ ਚੌਥਾ ਨੰਬਰ ਇਹ ਵੇ ਕਿ ਉਹ ਦਿਨ ਕਿਹਾ ਗਿਆ, ਉਹ ਦਿਨ ਆਏਗਾ, ਉਹ ਜਦੋਂ ਉਹ ਦਿਨ वो दिन है ना, ਉਹਦੇ ਲਈ ਲਿਖ ਲਿਓ ਯਸਾਇਆ 2:11 ਤੇ ਯਸਾਇਆ 4:1-6 ਯਸਾਇਆ 19:21 ਯਸਾਇਆ 24:21 ਕਿੰਨੇ ਵਾਲੇ ਨੇ ਜੀ 24:21 ਜੀ ਤੇ ਯਸਾਇਆ 26:1 ਅੱਗੇ ਹਿਸਕੀਏਲ 39 ਜਾਂ 39:22 ਆਇਤ 39:22 ਤੇ ਹਿਸਕੀਏਲ 48:48-35 है ना, हाँ 48:35 ਹੋਸੀਆ ਨੇ 2:18 ਤੇ ਯੂਏਲ 3:16 ਅੱਗੇ ਜ਼ਕਰੀਆ ਦੇ ਹਵਾਲੇ ਨੇ ਜ਼ਕਰੀਆ 12:8-11 ਹਾਂਜੀ 13 ਜ਼ਕਰੀਆ 13:1 ਤੇ ਜ਼ਕਰੀਆ 14:1-9 ਤੇ ਮਲਾਕੀ 3:17 ਇਹਦੇ ਵਿੱਚ ਉਹ ਦਿਨ ਜਿੱਥੇ ਵੀ ਲਿਖਿਆ ਉਹ ਦਿਨ ਆਏਗਾ ਹੈ। ਇਹਦਾ ਮਤਲਬ ਹੈ 1000 ਸਾਲਾ ਬਾਦਸ਼ਾਹੀ ਹੋਏਗੀ। ਠੀਕ ਹੈ, ਇਹ ਇਸ ਲਈ ਜ਼ਰੂਰੀ ਹੈ ਕਿ ਸਾਨੂੰ ਜਾਣਕਾਰੀ ਹੋਵੇ ਕਿ ਫਿਰ ਅਸੀਂ ਕਹਾਂਗੇ ਯਾਰ ਉਹ ਫਲਾਣੀ ਜਗ੍ਹਾ ਤੇ 1000 ਈਅਰਸ ਲਿਖਿਆ ਪਰ ਆਹ ਕਿਹੜੇ ਨੇ। ਸੋ ਇਸ ਲਈ ਇਹ ਯਾਦ ਰੱਖਣਾ। ਪੰਜਵਾਂ ਪੁਆਇੰਟ ਇਹ ਵੇ ਕਿ ਆਇੰਦਾ ਜਹਾਨ ਕਿਹਾ ਗਿਆ, ਆਇੰਦਾ ਜਹਾਨ ਵਿੱਚ ਇਹ ਹੋਏਗਾ ਆਉਣ ਵਾਲਾ ਸਮਾਂ, ਆਉਣ ਵਾਲਾ ਸਮਾਂ। ਠੀਕ ਹੈ, ਕਮਿੰਗ ਟਾਈਮ ਜਾਂ ਠੀਕ ਹੈ। ਇਹਦੇ 'ਚ ਮਤੀ 12:32 ਹਾਲੇਲੂਇਆ ਤੇ ਮਰਕਸ 10:30 ਆਇਤ, ਮਰਕਸ 10:30 ਲੂਕਾ 20:35 ਅੱਗੇ ਕੁਝ ਇਫਸੀਆਂ ਦੇ ਹਵਾਲੇ ਨੇ ਉਹ ਲਿਖ ਲਓ। ਅਫੀਜ਼ੀਅਨ ਇਫਸੀਆਂ 1:21 ਇਫਸੀਆਂ 2:7 ਤੇ ਇਫਸੀਆਂ ਮੈਂ ਜਲਦੀ ਬੋਲ ਰਿਹਾ, ਇਫਸੀਆਂ 3:21 ਠੀਕ ਹੈ। ਇਫਸੀਆਂ ਅਬਰਾਨੀਓ ਦਾ ਵੀ ਇੱਕ ਹਵਾਲਾ ਲਿਖ ਲਓ, ਅਬਰਾਨੀਆਂ 6:3 ਤੇ ਇਹਨੂੰ ਜਿਸ ਤਰ੍ਹਾਂ ਕਹਿ ਲਓ ਨਾ ਕਿੰਗਡਮ ਏਜ ਦੀ ਗੱਲ ਕਰ ਰਹੇ ਆਇੰਦਾ ਜਹਾਨ ਦੇ। ਇਹ ਤੇ ਹੁਣ ਚਰਚ ਚੱਲ ਰਹੀ ਹੈ, ਕੋਈ ਪਤਾ ਨਹੀਂ ਚਰਚ ਕਦੋਂ ਖਤਮ ਹੋਗੇ ਤੇ ਕਿੰਗਡਮ ਏਜ ਸ਼ੁਰੂ ਹੋ ਜਾਏ। ਕਿੰਗਡਮ ਆਫ ਹੈਵਨ ਵੀ ਹਾਂਜੀ, ਕਿੰਗਡਮ ਆਫ ਹੈਵਨ ਵੀ ਕਹਿੰਦੇ ਜੀ। ਅੱਗੇ ਦੇਖ ਰਹੇ ਹਾਂ ਹਾਂਜੀ, ਇਹ ਸਾਰੇ ਨਾ ਜਦੋਂ ਇਹ ਸਾਡੇ ਜ਼ਿਹਨਾਂ 'ਚ ਪਏ ਨਾ ਤੇ ਇਹਨੂੰ ਅੱਖੀਆਂ ਨੂੰ ਉੜ ਕੇ ਸਮਝ ਜਾਓਗੇ 1000 ਸਾਲਾ। ਅੱਛਾ, ਫਿਰ ਅੱਗੇ ਬਿਲਕੁਲ ਤੁਸੀਂ ਸੋਹਣਾ ਕਿਹਾ। ਚਲੋ ਕਿੰਗਡਮ ਆਫ ਹੈਵਨ ਜਾਂ ਆਸਮਾਨ ਦੀ ਬਾਦਸ਼ਾਹੀ, ਸਵਰਗਾਂ ਦਾ ਰਾਜ ਦੇ ਲਈ ਲਿਖ ਲਓ ਮੈਥਿਊ ਚੈਪਟਰ 3 ਮਤੀ 3:2 ਮਤੀ ਦੇ ਵਾਲੇ ਕੁਝ ਲਿਖ ਲਓ। ਮਤੀ 3:2 ਮਤੀ 4:17 ਮਤੀ 5:3 ਆਇਤ 10ਵੀਂ ਆਇਤ 19 ਆਇਤ ਤੇ 20 ਆਇਤ 19 ਤੇ 20 ਆਇਤ। ਠੀਕ ਹੈ, ਸੋ ਫਿਰ ਲੂਕਾ 19 ਦੀ ਲਿਖ ਲਓ, ਲੂਕਾ 19 ਦੀ 12-15 ਹਵਾਲੇ ਬੜੇ ਨੇ ਪਰ ਇੰਨੇ ਹੀ ਬੜੇ ਨੇ। ਅੱਛਾ, ਉਹਦੇ ਬਾਅਦ ਸਰ ਇਹ ਲਿਖੋ ਤੁਸੀਂ ਕਿ ਪ੍ਰਭੂ ਤੇ ਪਰਮੇਸ਼ਵਰ ਦਾ ਰਾਜ, ਯਾਨੀ ਮਸੀਹ ਤੇ ਖੁਦਾ ਦੀ ਬਾਦਸ਼ਾਹੀ, ਇਹਨੂੰ ਇਹ ਵੀ ਕਹੀ ਜਾਂਦੀ ਹੈ। ਠੀਕ ਹੈ, ਯਾਨੀ ਇੰਗਲਿਸ਼ ਕੀ ਕਹਾਂਗੇ, ਇਹਨੂੰ ਕਹਾਂਗੇ ਕਿ लॉर्ड एंड गॉड किंगडम। ठीक है, यानी मसीह ते यानी कि परमेश्वर ते प्रभु दा राज, ये भी क्या है। लॉर्ड कैपिटल अखां दे विच, एल कैपिटल बाकी छोटे हैं। लॉर्ड ते यीशु वाला वैसे होना ये सारा कैपिटल ही चाहिए। ओके जी, बाइबल दे विच किते लॉर्ड कैपिटल लिखिया हुंदा, किते
ਐਲ ਵੱਡਾ ਹੁੰਦਾ ਵਾਕਿਆ ਉਹ ਲਾਰਡ ਸੈਡ ਟੂ ਮਾਈ ਲਾਰਡ। ਅੱਛਾ, ਤੇ ਪਰਮੇਸ਼ਰ ਨੇ ਮੇਰੇ, ਜਦੋਂ ਦਾਊਦ ਕਹਿੰਦਾ ਨਾ, ਅੱਛਾ ਉੱਥੇ ਕੀ ਲਿਖਿਆ? ਉੱਥੇ ਲਿਖਿਆ ਮੇਰੇ ਪਰਮੇਸ਼ਰ ਨੇ ਮੈਨੂੰ, ਮੇਰੇ ਪ੍ਰਭੂ ਨੂੰ ਕਿਹਾ। ਲਾਰਡ ਸੈਡ ਟੂ ਮਾਈ ਲਾਰਡ, ਮੇਰੇ ਪ੍ਰਭੂ ਨੇ ਮੈਨੂੰ, ਪ੍ਰਭੂ ਨੇ ਮੇਰੇ ਪ੍ਰਭੂ ਨੂੰ ਕਿਹਾ। ਤੇ ਲਾਰਡ ਦੋ ਹੀ ਕੈਪੀਟਲ ਨੇ, ਇੱਕ ਵੱਡਾ ਇੱਕ ਛੋਟਾ। ਇੱਕ ਦੇ ਹੈਗੇ ਪੂਰੇ ਕੈਪੀਟਲ ਆ, LORD ਸਾਰੇ ਕੈਪੀਟਲ ਆ। ਇੱਕ ਦੇ ਹੈਗੇ ਆ L ਕੈਪੀਟਲ ਹੈ, ਬਾਕੀ ਛੋਟੇ ਆ। ਉਹ ਯਹੋਵਾ ਨੇ ਮੇਰੇ ਖੁਦਾਵੰਦ ਨੂੰ ਕਿਹਾ। ਹਾਂ ਐਸਾ, ਹਾਂਜੀ ਹਾਂਜੀ ਠੀਕ ਹੈ। ਜਿਹਦਾ ਲਾਰਡ ਕਿਹਾ ਨਾ, ਮੇਰੇ ਸੱਜੇ ਹੱਥ ਬੈਠੇ ਹਨ ਲਾਰਡ। ਹਾਂਜੀ ਬਿਲਕੁਲ। ਹਾਂ, ਉਹ ਜਿੱਥੇ ਉਹ ਕਹਿਣ ਲੱਗੇ ਫਕੀ ਫਰੀਸੀ, ਓਏ ਤੂੰ ਤੇ ਉਸ ਗੋਤ ਵਿੱਚੋਂ ਵੇ, ਕਿਹਦੇ ਵਿੱਚੋਂ? ਦਾਊਦ ਦੀ। ਤੇ ਯਿਸੂ ਕਹਿਣ ਲੱਗੇ ਗੱਲ ਸੁਣੋ, ਉਹ ਦਾਊਦ ਖੁਦ ਮੈਨੂੰ ਕਹਿ ਰਿਹਾ ਹੈ, ਪਰਮੇਸ਼ਵਰ ਕਹਿ ਰਿਹਾ ਹੈ। ਸਾਮਸ 110 ਦੀ ਪਹਿਲੀ ਆਇਤ ਹੈ, ਇਹ ਜਿਹੜੀ ਵਰਸ ਤੁਸੀਂ ਬੋਲ ਰਹੇ ਹੋ, ਬਹੁਤ ਹੀ ਅੱਛਾ। ਸੋ ਇਹ ਜੀ ਇਹਦੇ ਹਵਾਲੇ ਲਿਖ ਲਓ, ਅਫੀਜ਼ੀਅਨ ਕਿਹੜਾ ਵਾਲਾ, ਇਹ ਪ੍ਰਭੂ ਪਰਮੇਸ਼ਵਰ ਦੇ ਦਿਨ, ਹੈ ਨਾ? ਹਾਂ ਅੱਛਾ। ਇਫਸੀਆਂ 5 ਦੀ 5, ਇਫਸੀਆਂ 5 ਦੀ 5, ਤੇ ਮਤੀ 20 ਦੀ 21। ਸੌਰੀ, ਇਹ ਸੁਣਨ ਵਾਲਿਆਂ ਨੂੰ ਵੀ ਦੱਸ ਰਿਹਾ ਕਿ ਇਹ ਬਾਈਬਲ ਸਟੱਡੀ ਹੈ, ਇਹ ਫਿਰ ਸਾਨੂੰ ਗਲਤੀ ਨਾ ਲੱਗ ਜਾਏ। ਸਾਨੂੰ ਹਵਾਲੇ ਚਾਹੀਦੇ ਨੇ। ਹਾਂ, ਕਿਉਂਕਿ ਇਹ ਮਤਲਬ ਹੈਗਾ ਇਹ ਸਾਰਿਆਂ ਨੂੰ 1000 ਸਾਲਾ ਬਾਦਸ਼ਾਹੀ ਦੇ ਨਾਲ ਇਹ ਕਿਹਾ ਗਿਆ ਹੈ, ਵੱਖਰੇ ਵੱਖਰੇ ਤਰੀਕਿਆਂ ਦੇ ਨਾਲ। ਹਾਂ, ਪਰਮੇਸ਼ਰ ਦੇ ਦਿਨ ਨੂੰ, ਪ੍ਰਭੂ ਦੇ ਦਿਨ ਨੂੰ ਵੀ, ਪਰਮੇਸ਼ਰ ਦੀ ਸਵਰਗ ਦੀ ਬਾਦਸ਼ਾਹੀ ਨੂੰ ਵੀ 1000 ਸਾਲਾ ਬਾਦਸ਼ਾਹੀ ਦੇ ਨਾਲ। ਹਾਂਜੀ, ਤੇ ਆਉਣ ਵਾਲੇ ਸਮੇਂ ਨੂੰ ਵੀ ਕਿਹਾ ਗਿਆ ਕਿ ਆਉਣ ਵਾਲੇ ਸਮੇਂ 'ਚ ਇੱਦਾਂ ਹੋਏਗਾ, ਉਹਨੂੰ ਵੀ ਮਿਲੇਨੀਅਮ ਵੱਖਰੇ 1000 ਸਾਲਾ ਬਾਦਸ਼ਾਹੀ ਦੀ ਵੱਖਰੇ ਵੱਖਰੇ ਤਰੀਕਿਆਂ ਦੇ ਨਾਲ। ਲੇਕਿਨ ਜਿੱਥੇ ਵੀ ਇਹ ਆਣ ਜਿਹੜੇ ਆਪਾਂ ਬਿਆਨ ਕਰ ਰਹੇ ਹਾਂ, ਇਹਦਾ ਮਤਲਬ ਉਹ ਇਹ ਹੀ ਹੈ ਕਿ 1000 ਸਾਲਾ ਜੀ। ਅੱਗੇ ਲੂਕਾ 1 ਦੀ 32 ਤੋਂ 35, ਲੂਕਾ 1 ਦੀ 32 ਤੋਂ 35। ਫਿਰ ਲੂਕਾ ਦੇ ਕੁਝ ਹਵਾਲੇ ਲਿਖ ਲਓ, ਲੂਕਾ 19 ਦੀ 12 ਤੋਂ 15, 19 ਦੀ 12 ਤੋਂ 15, ਤੇ ਲੂਕਾ 22 ਦੀ 29 ਤੇ 30 ਆਏ। 29 ਤੇ 30। ਲੂਕਾ ਅੱਗੇ 23 ਜਾਂ 23 ਦੀ 42, 23 ਦੀ 42, ਤੇ ਦੂਸਰਾ ਤਮੋਥੀਅਸ 4 ਦੀ 1, 4 ਦੀ 1, ਤੇ ਸੰਤ ਯਹੂਨਾ ਸੌਰੀ 18 ਦੀ 28 ਤੇ ਤੋਂ 37, 18 ਦੀ 28 ਤੋਂ 37, 28 ਤੋਂ 37। ਸੋ ਪਹਿਲਾ ਕਰੰਥੀਆਂ 15 ਦੀ 24 ਤੋਂ 28, ਪਹਿਲਾ ਕਰੰਥੀਆਂ 15 ਦੀ 24 ਤੋਂ 28, ਤੇ ਡੈਨੀਅਲ 7 ਦੀ 13 ਤੇ 14। ਉਹ ਸੀਕੁਐਂਸ ਆਊਟ ਹੋ ਗਿਆ, ਚਲੋ ਕੋਈ ਗੱਲ। ਓਕੇ, ਠੀਕ ਹੈ। ਸੋ ਫਿਰ ਇਹ ਜਿਹੜਾ ਹੈਗਾ ਸਤਵਾਂ, ਫਿਰ ਇੱਕ ਹੋਰ ਇਹ ਵੇ ਕਿ ਸਿਰਫ ਪਰਮੇਸ਼ਵਰ ਦਾ ਰਾਜ, ਇਹ ਵੀ ਕਿਹਾ ਗਿਆ। ਪਰਮੇਸ਼ਵਰ ਦਾ ਰਾਜ ਯਾਨੀ ਗੋਡ ਦੀ ਕਿੰਗਡਮ, ਹੈ ਨਾ, ਇਹਨੂੰ ਵੀ ਕਿਹਾ ਗਿਆ। ਠੀਕ ਹੈ। ਖੁਦਾ ਦੀ ਬਾਦਸ਼ਾਹੀ ਪਹਿਲਾਂ ਸੀ ਲਾਰਡ ਗॉड्स ਕਿੰਗਡਮ ਹੈ। ਹਾਂ, ਗॉड्स ਕਿੰਗਡਮ। ਯਾ ਜਿਸ ਤਰ੍ਹਾਂ ਪਵਿੱਤਰ ਆਤਮਾ ਦੇ ਵੀ ਬੜੇ ਨਾਂ ਨੇ, ਭਈ ਯਿਸੂ ਦਾ ਆਤਮਾ, ਪਰਮੇਸ਼ਵਰ ਦਾ ਆਤਮਾ, ਇਹ ਸਾਰੇ ਇਸ ਤਰ੍ਹਾਂ ਹੀ। ਇਹ ਮਰਕਸ ਕਿਹੜਾ ਲਿਖ ਰਹੇ ਹੋ ਇਹਦੇ? ਗॉड्स किंगडम। ਹਾਂ, ਮਰਕਸ 14 ਦੀ 25, ਤੇ ਲੂਕਾ ਦੇ ਫਿਰ ਵੇਖ ਲਓ, ਲੂਕਾ 19 ਦੀ 11, ਤੇ ਲੂਕਾ 22 ਦੀ 14 ਤੋਂ 18। 14 ਤੋਂ 18। ਫਿਰ ਇੱਕ ਹੋਰ ਨਾਮ ਹੈ 1000 ਸਾਲਾ ਬਾਦਸ਼ਾਹੀ ਦਾ, ਕਿਉਂਕਿ ਇਹ ਬਹੁਤ ਜ਼ਰੂਰੀ ਹੈ। ਇਹਦੇ ਵਿੱਚ ਬੜੇ ਗੱਲਾਂ ਨੇ, ਅੱਗੇ ਬੜੀ ਡਿਟੇਲ ਵਿੱਚ ਇਹਨੂੰ ਵੇਖ ਪਾਵਾਂਗੇ ਅਸੀਂ, ਕਿ ਅੱਗੇ ਇਹਨੂੰ ਕਹਿੰਦੇ ਨੇ ਰੀਜਨਰੇਸ਼ਨ ਜਾਂ ਨਈ ਪੈਦਾਇਸ਼ ਜਾਂ ਨਈ ਸ੍ਰਿਸ਼ਟੀ। ਠੀਕ ਹੈ, ਨਈ, ਹਾਂ, ਨਿਊ ਕ੍ਰੀਏਸ਼ਨ, ਉਹਨੂੰ ਕਹਿੰਦੇ ਨੇ ਰੀਜਨਰੇਸ਼ਨ ਜਾਂ ਨਈ ਪੈਦਾਇਸ਼, ਉਹਨੂੰ ਕਹਿ ਲਓ। ਨਈ ਪੈਦਾਇਸ਼ ਮਤਲਬ ਨਿਊ ਕ੍ਰੀਏਸ਼ਨ। ਨਿਊ ਕ੍ਰੀਏਸ਼ਨ। ਇਹ ਹਵਾਲਾ ਇੱਕ ਪੜ੍ਹੋ ਹੈ ਇਹਦਾ, 19 ਮੈਥਿਊ 19 ਦੀ 28, ਸਹੀ ਲਫ਼ਜ਼ ਮਿਲ ਜਾਏਗਾ, ਤੇ ਇਫਸੀਆਂ 1 ਦੀ 10। ਇਹ ਦੋਵੇਂ ਵਾਲੇ ਦੇਖੋ, ਇਹਦੇ ਵਿੱਚ ਇਹ ਸਹੀ ਨਾਲ ਸਾਨੂੰ ਮਿਲ ਜਾਏਗਾ, ਭਾਈ ਇਹ ਨਾਂ ਜਿਹੜੇ ਨੇ ਨਾ ਇਹਦਾ ਹੋ ਜਾਏਗਾ। ਫਿਰ ਇਹਨੂੰ ਕੀ ਕਹਿੰਦੇ ਆ? ਹਾਂ, ਕੀ ਕਹਿੰਦੇ ਨੇ ਐਗਜ਼ੈਕਟ
ਕਿਉਂਕਿ ਟ੍ਰਾਂਸਲੇਸ਼ਨਸ ਦੇ ਵਿੱਚ ਵੀ ਹੈ ਜੀ ਜੀ ਹਾਂ ਓਕੇ ਜੀ। ਆਪਾਂ ਮੈਥਿਊ ਦੀ ਮੱਤੀ ਦੀ ਅੱਜ ਦੋਵੇਂ ਹਵਾਲੇ ਪੜ੍ਹ ਦਿਓ। ਕੀ ਵੇਖ ਰਹੇ ਹਾਂ? ਰੀਜਨਰੇਸ਼ਨ ਦਾ ਮਤਲਬ ਹੋ ਗਿਆ ਨਈ ਪੈਦਾਇਸ਼। ਉਰਦੂ 'ਤੇ ਨਈ ਪੈਦਾਇਸ਼ ਨੇ, ਲੇਕਿਨ ਵੇਖੋ ਤਾਂ ਸਹੀ ਇੱਥੇ ਪੰਜਾਬੀ 'ਚ ਕੀ ਹੈ। ਹਾਂ 19 ਦੀ ਮੱਤੀ 19 ਦੀ 28 ਦੇ ਵਿੱਚ ਲਿਖਿਆ ਹੈ ਜੀ। ਯਿਸੂ ਨੇ ਉੱਤਰ ਦਿੱਤਾ, ਇਹ ਸੱਚ ਜਾਣੋ, ਮਨੁੱਖ ਦਾ ਪੁੱਤਰ ਨਵੀਂ ਸ੍ਰਿਸ਼ਟੀ ਵਿੱਚ ਨਿਊ ਕ੍ਰੀਏਸ਼ਨ ਜੀ, ਨਵੀਂ ਸ੍ਰਿਸ਼ਟੀ ਵਿੱਚ ਆਪਣੇ ਸ਼ਾਹੀ ਸਿੰਘਾਸਨ ਉੱਤੇ ਬੈਠੇਗਾ। ਹਾਂਜੀ, ਉਸ ਸਮੇਂ ਤੁਸੀਂ ਵੀ ਸਾਰਾ ਕਬੀਲਿਆਂ ਦਾ ਨਿਆਂ ਕਰੋਗੇ। ਹਾਂਜੀ, ਇਹਦਾ ਮਤਲਬ ਹੈ 1000 ਸਾਲ ਬਾਅਦ। ਹਾਂ, ਤੇ ਇਫਸੀਆਂ 1 ਦੀ 10 ਵੀ ਪੜ੍ਹ ਦਿਓ। ਹਾਂਜੀ, ਬਾਜ਼ ਕਰ ਨਾਮ ਮਿਲ ਜਾਂਦੇ ਨੇ ਸਾਨੂੰ, ਵੈਸੇ ਤੁਸੀਂ ਠੀਕ ਕਹਿ ਰਹੇ ਸੋ। ਹਾਂਜੀ, ਇਫਸੀਆਂ 1 ਦੀ 10 ਦੇ ਵਿੱਚ ਲਿਖਿਆ ਹੈ, ਉਹ ਇੱਛਾ ਇਹ ਹੈ ਉਸ ਦਾ ਮਿੱਥਿਆ ਸਮਾਂ ਆਉਣ ਤੇ, ਉਹ ਜਿਹੜਾ ਮਿੱਥਿਆ ਸਮਾਂ ਤੁਸੀਂ ਕਹਿੰਦੇ ਹੈ ਨਾ, ਮਤਲਬ ਮਿੱਥਿਆ 1000 ਸਾਲਾਂ, ਹਾਂਜੀ, ਜਿਹੜਾ ਤੁਸੀਂ ਕਹਿੰਦੇ ਆਉਣ ਤੇ ਸੰਸਾਰ ਦੀਆਂ ਸਭ ਚੀਜ਼ਾਂ ਅਰਥਾਤ ਸਵਰਗ ਅਤੇ ਧਰਤੀ ਦੀਆਂ ਮਸੀਹ ਵਿੱਚ ਇੱਕ ਹੋ ਜਾਣਗੀਆਂ। ਠੀਕ ਹੈ। ਸੋ ਫਿਰ ਅੱਗੇ ਸਰ ਇੱਕ ਹੋਰ ਹੈ ਕਿ ਸਭ ਚੀਜ਼ਾਂ ਦੀ ਰੈਸਟੋਰੇਸ਼ਨ ਜਾਂ ਬਹਾਲੀ ਦਾ ਦਿਨ ਵੀ ਕਿਹਾ ਗਿਆ, ਕਿਉਂਕਿ ਉਦੋਂ ਸਾਰੀਆਂ ਚੀਜ਼ਾਂ ਵਿਗੜੀਆਂ ਠੀਕ ਕਰੇਗਾ ਨਾ। ਚੇਲਿਆਂ ਦੇ ਕਰਤੱਵ 3 ਦੀ 20 ਤੇ 21, ਇਹਦਾ ਨਾਮ ਵੀ ਉੱਥੇ ਦੇਖ ਲਓ, ਸਭ ਚੀਜ਼ਾਂ ਦੀ ਬਹਾਲੀ ਦਾ ਦਿਨ। 3 ਦੀ 20 ਤੇ 21 ਇਹ ਵੀ ਪੜ੍ਹ ਦਿਓ। ਮਤਲਬ ਇਹ ਜ਼ਰਾ ਸੁਣਨ ਵਾਲਿਆਂ ਨੂੰ ਵੀ ਸਾਨੂੰ ਵੀ ਉਹ ਮਿਲ ਜਾਏ ਕਿ ਇਹ ਜਦੋਂ ਵੀ ਇਹ ਨਾ ਆਉਣ ਤੇ ਸਮਝ ਜਾਣਾ ਕਿ ਇਹ 1000 ਸਾਲ ਬਾਦਸ਼ਾਹੀ ਹੈ, ਮਿਲੀਨੀਅਮ ਹੈ। ਹਾਂ ਜੀ, ਹਾਂਜੀ, ਠੀਕ ਹੈ ਜੀ। ਹਾਲੇਲੂਇਆ। ਗਲਤ ਕੱਢ ਲਿਆ ਸੀ। ਓਕੇ ਜੀ। 3 ਦੀ 20 ਤੇ ਚੇਲਿਆਂ ਦੇ ਕਰਤੱਵ 3 ਦੀ 20 ਤੇ 21 ਵਿੱਚ ਲਿਖਿਆ ਹੈ, ਜਿਸ ਤੋਂ ਫਿਰ ਤੁਹਾਨੂੰ ਸੁਰਜੀਤ ਹੋਣ ਦਾ ਸਮਾਂ ਪ੍ਰਭੂ ਤੋਂ ਮਿਲੇ ਅਤੇ ਉਹ ਤੁਹਾਡੇ ਲਈ ਪਹਿਲਾਂ ਨਿਯੁਕਤ ਮਸੀਹ ਅਰਥਾਤ ਯਿਸੂ ਨੂੰ ਘੱਲੇ। ਪਰ ਇਹ ਜ਼ਰੂਰੀ ਹੈ ਕਿ ਉਹ ਸਵਰਗ ਵਿੱਚ ਉਸ ਸਮੇਂ ਤੱਕ ਰਹੇ ਜਦੋਂ ਤੱਕ ਕਿ ਸਭ ਚੀਜ਼ਾਂ ਪੂਰਨ ਸਥਾਪਿਤ ਨਾ ਹੋ ਜਾਣ। ਪੂਰਨ ਸਥਾਪਿਤ ਹੋਣ ਦਾ ਦਿਨ। ਹਾਂਜੀ, ਪੂਰਨ ਸਥਾਪਿਤ ਨਾ ਹੋ ਜਾਣ, ਜਿਸ ਦੇ ਬਾਰੇ ਪਰਮੇਸ਼ਰ ਨੇ ਸਦਾ ਆਪਣੇ ਪਵਿੱਤਰ ਨਬੀਆਂ ਦੇ ਰਾਹੀਂ ਕਿਹਾ ਹੈ। ਹਾਂਜੀ, ਪੂਰਨ ਸਥਾਪਿਤ। ਹਾਂਜੀ, ਪੂਰੀ ਤਰ੍ਹਾਂ ਸਥਾਪਿਤ ਹੋ, ਪੂਰਾ ਸਭ ਚੀਜ਼ਾਂ ਬਹਾਲ। ਹਾਂ ਬਿਲਕੁਲ। ਅੱਛਾ, ਫਿਰ ਇਹ ਉਸ ਦਿਨ ਦੀ ਇਹ ਵੀ 1000 ਸਾਲਾਂ ਬਾਦਸ਼ਾਹੀ ਦੀ ਤਰਫ ਇਸ਼ਾਰਾ। ਫਿਰ ਇਹਨੂੰ ਕਹਿੰਦੇ ਨੇ ਜੀ ਬਈ ਇਸਰਾਈਲ ਕੌਮ ਦੀ ਤਸੱਲੀ ਦਾ ਦਿਨ, ਕਿਉਂਕਿ ਬੜਾ ਇਹਨਾਂ ਨੇ ਆਰਮਾਗਡਨ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਉਹ ਬੜਾ ਦੁੱਖ ਚੱਲਣਗੇ ਤੇ ਉਹਨਾਂ ਦੀ ਤਸੱਲੀ ਦਾ ਦਿਨ ਆ ਜਾਏਗਾ। ਠੀਕ ਹੈ, ਇਹਨੂੰ ਇਸਰਾਈਲ ਦੀ ਤਸੱਲੀ ਦਾ ਦਿਨ ਵੀ ਕਿਹਾ ਗਿਆ 1000 ਸਾਲਾਂ ਬਾਦਸ਼ਾਹੀ ਨੂੰ। ਇਹ ਲੂਕਾ 2 ਦੀ 5 ਜੀ। ਜੀ ਠੀਕ ਹੈ। ਫਿਰ ਇੱਕ ਹੋਰ ਹੈਗਾ ਕਿ ਯਰੂਸ਼ਲਮ ਦਾ ਛੁਟਕਾਰੇ ਦਾ ਜਾਂ ਉਹਦਾ ਮੁਕਤੀ ਦਾ ਦਿਨ, ਯਾਨੀ ਜਦੋਂ ਉਹ ਇਹਨਾਂ ਸਾਰੀਆਂ ਕੌਮਾਂ ਕੋਲੋਂ ਇਹਨਾਂ ਦੀ ਜਾਨ ਛੁੱਟੇਗੀ। ਹਾਂਜੀ, ਰਿਡੈਂਪਸ਼ਨ ਆਫ ਯਰੂਸ਼ਲਮ। ਇਹ ਦੇਖ ਲਓ ਲੂਕਾ 2 ਦੀ 38 ਦੇ ਵਿੱਚ। ਮੈਂ ਚਾਹ ਰਿਹਾ ਕਿ ਟ੍ਰਾਂਸਲੇਸ਼ਨ ਹੋ ਜਾਏ। ਯਰੂਸ਼ਲਮ ਦੀ ਛੁਟਕਾਰੇ ਦਾ ਜਾਂ ਉਹਨਾਂ ਦੀ ਮੁਕਤੀ ਦਾ ਮਤਲਬ ਇਹ ਨਹੀਂ ਕਿ ਨਜਾਤ, ਬਲਕਿ ਛੁਟਕਾਰਾ ਸਹੀ ਗੱਲ। ਇੰਗਲਿਸ਼ ਹੋ ਜਾਂਦਾ ਹੈਗਾ ਰਿਡੈਂਪਸ਼ਨ। 2 ਦੀ 38 ਕਿਹੜੀ? ਜੀ ਲੂਕਾ 2 ਦੀ 38 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ, ਉਸ ਵੇਲੇ ਹੰਨਾ ਉੱਤੇ ਆਈ, ਉਸਨੇ ਪਰਮੇਸ਼ਰ ਦਾ ਧੰਨਵਾਦ ਕੀਤਾ। ਫਿਰ ਉਸਨੇ ਯਿਸੂ ਦੇ ਬਾਰੇ ਉਹਨਾਂ ਸਾਰੇ ਲੋਕਾਂ ਨੂੰ ਦੱਸਿਆ ਕਿ ਯਰੂਸ਼ਲਮ ਦੇ ਛੁਟਕਾਰੇ ਦੀ ਉਡੀਕ ਵਿੱਚ ਸਨ। ਉਦੋਂ ਛੁਟਕਾਰਾ ਹੋਣਾ ਜਦੋਂ ਯਿਸੂ ਨੇ ਆਉਣਾ ਤੇ ਇਹਨਾਂ ਕੌਮਾਂ ਕੋਲੋਂ ਉਹਨੇ ਛੁਟਕਾਰਾ ਹਾਸਲ ਕਰਾਉਣਾ। ਠੀਕ ਹੈ, ਛੁਟਕਾਰੇ ਦਾ ਦਿਨ। ਹਾਂਜੀ। ਅੱਛਾ ਜੀ, ਹੁਣ ਟਾਈਮ ਹੈਗਾ ਸਾਡੇ ਕੋਲ ਹੈ ਨਾ 6-7 ਦਿਨ। ਅੱਛਾ, ਹੁਣ ਅਗਲਾ ਪੁਆਇੰਟ ਇਹ ਲਿਖੋ। ਸਵਾਲ ਇਹ ਵੇ ਕਿ ਇਹ ਬਾਦਸ਼ਾਹੀ ਕਦੋਂ ਸੈਟਅਪ ਹੋਏਗੀ?
मेरा मतलब है कि कदों शुरू होएगी। देखो ये अपना कि परमेश्वर ने इब्राहिम दाऊद इन्हां नाल एक नेम बनिया जी, ते ਉਹਦੇ ਵਿੱਚ ਦੱਸਿਆ कि ਉਹਨਾਂ ਨੂੰ ਇਸਰਾਈਲ ਨੂੰ ਇੱਕ ਗਰੰਟੀ ਦਿੱਤੀ ਗਈ ਹੈ ਕਿ ਉਹ ਇਸ ਧਰਤੀ ਉੱਤੇ ਰਾਜ ਕਰਨਗੇ। ਠੀਕ ਹੈ, ਤੇ ਉਹਨਾਂ ਦੇ ਵਸੀਲੇ ਨਾਲ ਹੋਰ ਜਿਹੜੇ ਲੋਕ ਨੇ ਜਿਹੜੇ ਉਦੋਂ ਜੀਂਦੇ ਹੋਣਗੇ, ਕੌਮਾਂ, ਗੋਥਾਂ, ਕੌਮਾਂ, ਨੇਸ਼ਨਸ, ਉਹ ਜਿਹੜੇ ਨੇ ਬਰਕਤ ਪਾਉਣਗੇ। ਠੀਕ ਹੈ, ਸੋ ਇਹਦੇ ਵੀ ਕੁਝ ਪੁਆਇੰਟ ਨੋਟ ਕਰ ਲਓ ਕਿ ਇਹ ਜਿਹੜਾ ਪ੍ਰਭੂ ਯਿਸੂ ਮਸੀਹ ਇਹ 1000 ਈਅਰਸ ਜਾਂ 1000 ਸਾਲ ਬਾਦਸ਼ਾਹੀ ਦੀ ਕਰ ਰਹੇ ਹਾਂ। ਇਹ ਪ੍ਰਭੂ ਯਿਸੂ ਮਸੀਹ ਕਦੋਂ ਹੋਏਗਾ? ਜਦੋਂ ਆਪਣੇ ਤੇਜ ਵਿੱਚ ਵਾਪਸੀ ਕਰੇਗਾ, ਵਾਪਸ ਆਏਗਾ। ਯਾਨੀ ਮੈਥਿਊ ਚੈਪਟਰ, ਇਹ ਹੁਣ ਚੂँकि ਸਟੱਡੀ ਹੈ ਥੋੜ੍ਹੀ ਜਿਹੀ, ਠੀਕ ਹੈ, ਮਤੀ 5 ਦੀ 31 ਤੋਂ 46। ਇਹ ਸਵਾਲ ਇਹ ਹੋ ਰਿਹਾ ਕਦੋਂ ਸੈਟਅਪ ਹੋਏਗੀ, ਇਹਦੇ ਪੁਆਇੰਟ ਸਾਨੂੰ ਸਮਝਣੇ ਹੋਣਗੇ। ਇਹ ਕੀ ਲਿਖਿਆ ਮਤੀ 5 ਦੀ 31 ਤੋਂ 46? ਮੈਥਿਊ 25 ਦੀ 35 ਤੋਂ ਨਹੀਂ 31 ਤੋਂ 31 ਤੋਂ, ਹਾਂ 31 ਤੋਂ ਜੀ। ਤੇ ਯਸਾਇਆ 9 ਦੀ 6 ਤੇ 7, ਤੇ ਉਹਦੇ ਬਾਅਦ ਡੈਨੀਅਲ 2 ਦੀ 44 ਤੇ 45 ਆਏ। ਠੀਕ ਹੈ, ਫਿਰ ਡੈਨੀਅਲ 7 ਦੀ, ਡੈਨੀਅਲ ਦੇ ਕੁਛ ਹਵਾਲੇ 3 ਲਿਖ ਲਓ, ਡੈਨੀਅਲ 7 ਦੀ 13 ਤੇ 14, ਤੇ ਡੈਨੀਅਲ 8 ਦੀ 18 ਤੋਂ 22, ਤੇ ਪੂਰਾ ਜ਼ਕਰੀਆ 14 ਚੈਪਟਰ ਜਦੋਂ ਅਸੀਂ ਧਿਆਨ ਨਾਲ ਪੜ੍ਹਨੇ ਆ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਇਹ ਕਦੋਂ ਇਹ ਸੈਟਅਪ ਹੋਏਗਾ, ਉਹਦੀ ਬਾਦਸ਼ਾਹੀ ਕਦੋਂ ਕਾਇਮ ਹੋਏਗੀ। ਤੇ ਦੂਸਰਾ ਥਸਲਨੀਕੀਆਂ ਉਹਦੀ 1 ਦੀ 7ਵੀਂ ਆਇਤ, ਤੇ ਯਹੂਦਾ ਦਾ 14 ਚੈਪਟਰ ਜਿੱਥੇ ਹਨੂਕ ਨੇ ਭਵਿਸ਼ਵਾਣੀ ਕੀਤੀ ਹੈ। ਠੀਕ ਹੈ, ਯਹੂਦਾ 14ਵੀਂ ਆਇਤ। ਹਾਂ, ਤੇ ਰੈਵਲੇਸ਼ਨ 17 ਦੀ 14 ਆਇਤ, ਤੇ ਪ੍ਰਕਾਸ਼ ਦੀ ਪੋਥੀ ਹੋਈ, ਪਹਿਲੇ ਕੀ ਲਿਖਿਆ? ਪ੍ਰਕਾਸ਼ ਦੀ ਪੋਥੀ 17 ਦੀ 14, ਪ੍ਰਕਾਸ਼ ਦੀ ਪੋਥੀ 19 ਦੀ 11 ਤੋਂ ਲੈ ਕੇ 20 ਦੀ 7ਵੀਂ ਆਇਤ ਤੱਕ। ਇਹ ਸਾਰੇ ਵਾਕਿਆਤ ਨੇ। ਹੁਣ ਇਹਦੇ ਲਈ ਤੇ ਸਾਡੀ ਬੜੀ ਟਾਈਮ ਲੱਗਣਾ, ਸਟੱਡੀ ਕਰਨੀ ਚਾਹੀਦੀ ਹੈ। ਦੂਸਰਾ ਪੁਆਇੰਟ ਹੈ ਕਿ ਚਰਚ ਦੇ ਚੁੱਕੇ ਜਾਣੇ ਤੋਂ ਬਾਅਦ ਤੇ ਤਕਰੀਬਨ 7 ਸਾਲ ਤੋਂ ਬਾਅਦ ਤੇ ਦੁਸ਼ਮਣਾਂ ਨੂੰ ਜਿਹੜੇ ਆਰਮਾਗਡਨ ਦੀ ਜੰਗ ਵਿੱਚ ਆਣਗੇ ਉਹਨਾਂ ਨੂੰ ਮੁਕਾਉਣ ਦੇ ਲਈ, ਕਿਉਂਕਿ ਦੇਖੋ ਪ੍ਰਭੂ ਯਿਸੂ ਮਸੀਹ, ਚਰਚ ਤੇ ਪਵਿੱਤਰ ਦੂਤ ਆਣਗੇ। ਇਹ ਜਿਹੜਾ ਜ਼ੈਤੂਨ ਦਾ ਪਹਾੜ ਹੈ ਉਹਦੇ ਤੇ ਜੂੰ ਹੀ ਲੈਂਡ ਕਰਨਗੇ, ਜ਼ਕਰੀਆ ਦੇ ਵਿੱਚ 14 ਬਾਬ ਇਸ ਲਿਖਿਆ, ਤੇ ਜਿਹੜਾ ਮਾਊਂਟ ਆਫ ਆਲਿਵ ਜਿੱਥੇ ਯਿਸੂ ਦੇ ਪੈਰ ਟਿਕਣਗੇ, ਅੱਧਾ ਖੱਬੇ ਤੇ ਅੱਧਾ ਸੱਜੇ ਸਰਕ ਜਾਏਗਾ, ਤੇ ਚੜ੍ਹਦਿਆਂ ਤੇ ਲੈਂਦਿਆਂ 200 ਮੀਲ ਦੀ ਵਾਦੀ ਜਿਹੜੀ ਹੈ ਉਹ ਕੀ ਹੋਏਗੀ? ਉਹ ਤਿਆਰ ਹੋ ਜਾਏਗੀ। ਇਹਦੇ ਵਿੱਚ ਫਿਰ ਜਦੋਂ ਇਹਨਾਂ ਦਾ ਕੰਮ ਖਤਮ ਕਰੇਗਾ ਉਸ ਤੋਂ ਬਾਅਦ 1000 ਸਾਲ ਬਾਦਸ਼ਾਹੀ ਹੋਏਗੀ। ਹਵਾਲੇ ਲਿਖ ਲਓ। ਹਾਲੇਲੂਇਆ। ਪਹਿਲਾ ਥਸਲਨੀਕੀਆਂ 4 ਦੀ 13 ਤੋਂ 17, ਤੇ ਦੂਸਰਾ ਥਸਲਨੀਕੀਆਂ 2 ਦੀ 6 ਤੇ 7ਵੀਂ ਆਇਤ। ਠੀਕ ਹੈ, ਸੋ ਹੁਣ ਕਲੀਸਿਆ ਵੀ ਉਹਦੇ ਨਾਲ ਆਏਗੀ, ਜਿਸ ਤਰ੍ਹਾਂ ਅਸੀਂ ਬਿਆਨ ਕਰ ਚੁੱਕੇ ਹਾਂ ਕਿ ਪ੍ਰਭੂ ਯਿਸੂ ਨਾਲ ਕਲੀਸਿਆ ਤੇ ਦੂਤ ਵੀ ਆਣਗੇ ਤਾਂ ਕਿ ਉਹ ਵੀ ਯਿਸੂ ਦੇ ਨਾਲ, ਜਿਸ ਤਰ੍ਹਾਂ ਵਾਲਾ ਪੜਿਆ ਸੀ, ਕਿ ਬਾਦਸ਼ਾਹੀ ਕਰ ਸਕਣ। ਜ਼ਕਰੀਆ 14 ਦੀ 1 ਤੋਂ 5, ਤੇ ਯਹੂਦਾ ਦੀ 14 ਆਇਤ ਜਿੱਥੇ ਲਿਖਿਆ ਨਾ ਕਿ ਪ੍ਰਭੂ ਆਇਆ ਤੇ ਉਹਦੇ ਨਾਲ ਸੰਤ ਆਏ। ਇਹ ਉਹ ਫਿਰ ਰੈਵਲੇਸ਼ਨ 17 ਦੀ 14 ਆਲਰੇਡੀ ਪੜ੍ਹ ਚੁੱਕੇ ਹਾਂ। ਫਿਰ ਰੈਵਲੇਸ਼ਨ ਜਾਂ ਮੁਕਾਸ਼ਵਾ ਪ੍ਰਕਾਸ਼ ਦੀ ਪੋਥੀ 19 ਦੀ 11 ਤੋਂ 21। ਇਹ ਹੁਣ ਪ੍ਰਭੂ ਯਿਸੂ ਮਸੀਹ ਜਿਹੜੇ ਨੇ ਕਲੀਸਿਆ ਦੇ ਚੁੱਕੇ ਜਾਣ ਤੋਂ ਤਕਰੀਬਨ 7 ਸਾਲਾਂ
ਜਦੋਂ ਆਣਗੇ ਇਹ ਨਹੀਂ ਪਤਾ ਕਿੰਨੇ ਦਿਨ ਘਟਾਏ ਜਾਣਗੇ, ਕਿਉਂਕਿ ਮਤੀ 24:22 ਚ ਲਿਖਿਆ ਹੈ ਕਿ ਜਿਊਜ਼ ਲਈ ਇਹ ਦਿਨ ਘਟਾਏ ਜਾਣਗੇ। ਔਰ ਫਿਰ ਇਹ 1000 ਸਾਲਾ ਬਾਦਸ਼ਾਹੀ ਵੀ ਕਦੋਂ ਕਾਇਮ ਹੋਈ ਸੀ, ਉਦੋਂ ਫਿਰ ਪ੍ਰਭੂ ਯਿਸੂ ਮਸੀਹ ਦੁਸ਼ਮਣਾਂ ਨੂੰ ਖਤਮ ਕਰਨਗੇ, ਜਿਹਦਾ ਬੜਾ ਲੰਮਾ ਬਿਆਨ ਹੈ। ਔਰ ਉਸ ਤੋਂ ਬਾਅਦ ਇਹ ਦਾਊਦ ਦੇ ਘਰਾਣੇ ਨੂੰ ਦੁਬਾਰਾ ਬਣਾਏਗਾ, ਉਹ ਦੁਬਾਰਾ ਉਹਨਾਂ ਨੂੰ ਕਾਇਮ ਕਰੇਗਾ, ਜਿਹਦੇ ਵਿੱਚ ਬੜੀ ਡਿਟੇਲਾਂ ਨੇ ਕਿ ਡੇਵਿਡ ਫਿਜ਼ੀਕਲੀ ਇਸਰਾਈਲ ਦੇ 12 ਗੋਥਾਂ ਉੱਤੇ ਫਿਰ ਉਹ ਇੰਚਾਰਜ ਹੋਏਗਾ, ਠੀਕ ਹੈ। ਔਰ ਉਹਦਾ ਜਿਹੜਾ ਹੈਗਾ ਰੈਫਰੈਂਸ ਲਿਖ ਲਓ, ਡੇਵਿਡ ਦਾ ਲਿਖ ਲੈਣਾ ਹੈ ਨਾ, ਇਸ ਲਈ ਬੜੀ ਡਿਟੇਲਾਂ ਨੇ। ਸੋ ਉਹ ਆਪਣਾ ਹਿਸਕੀਅਲ 37 ਉਹਦੀ 24 ਤੋਂ 28, ਠੀਕ ਹੈ। ਇਹ ਫਿਰ ਅੰਡਰ ਯਿਸੂ ਦਾਊਦ ਇਹਨਾਂ ਗੋਥਾਂ ਦਾ ਫਿਰ ਇੰਚਾਰਜ ਹੋ ਜਾਏਗਾ ਪ੍ਰੈਕਟੀਕਲੀ। ਔਰ ਹੋਰ ਵੀ ਵਰਸਨ, ਲੇਕਿਨ ਇਹ ਕਿੰਜ ਇਹਨਾਂ ਦੇ ਕਬੀਲਿਆਂ ਨੂੰ ਦੁਬਾਰਾ ਬਨੀ ਇਸਰਾਈਲ ਨੂੰ ਕਾਇਮ ਕਰੇਗਾ। ਚੇਲਿਆਂ ਦੇ ਕਰਤੱਵ 15 ਦੀ 13 ਤੋਂ 18 ਤੇ ਯਸਾਇਆ 9 ਦੀ 6 ਤੇ 7 ਜੀ। ਚੇਲਿਆਂ ਦੇ ਕਰਤੱਵ ਦ ਬੁੱਕ ਆਫ ਐਕਟਸ 15 ਦੀ 13 ਤੋਂ 18, ਹਾਂਜੀ 15 13 ਤੇ ਯਸਾਇਆ 9 ਦੀ 6 ਤੇ 7 ਤੇ ਯਸਾਇਆ 11 ਦੀ 11 ਤੇ ਹੋਸੀਆ 3 ਦੀ 4 ਤੇ 5 ਤੇ ਲੂਕਾ 1 ਦੀ 32 ਤੇ 35। ਇਹ 2 ਪੁਆਇੰਟ ਅਸੀਂ ਦੇਖੇ ਨੇ, ਟਾਈਮ ਹੋ ਗਿਆ ਥੋੜਾ। ਫਿਰ ਤੀਸਰਾ ਪੁਆਇੰਟ ਅੱਗੇ ਬਾਅਦ ਹੀ ਦੇਖ ਲਾਂਗੇ, ਕੰਟੀਨਿਊ, ਠੀਕ ਹੈ। ਹਾਲੇਲੂਇਆ, ਥੈਂਕ ਯੂ ਪਰਮੇਸ਼ਰ ਪਿਤਾ, ਹਾਲੇਲੂਇਆ। ਸ਼ੁਕਰ ਕਰਦੇ ਹਾਂ ਆਪ ਦੇ ਦਾਸ ਦੇ ਬਦਰ ਇਕਬਾਲ ਦੇ ਲਈ, ਜੋ ਬਾਈਬਲ ਸਟੱਡੀ ਕਰਦੇ ਹੋ, ਕਰਾਉਂਦੇ ਹੋ। ਪਰਮੇਸ਼ਰ ਪਿਤਾ ਸਮਾਂ ਦਿੰਦੇ ਹੋਏ ਸਮੇਂ ਦੇ ਲਈ ਸ਼ੁਕਰ ਕਰਦੇ ਹਾਂ। ਜੋ ਕੁਛ ਵੀ ਬੱਚਿਆਂ ਦੁਆਰਾ ਬੋਲਿਆ ਗਿਆ, ਪੜ੍ਹਿਆ ਗਿਆ, ਸਿੱਖਿਆ ਗਿਆ, ਸਮਝਿਆ ਗਿਆ, ਉਹ ਸਾਰਾ ਕੁਝ ਸਾਡੇ ਅੰਦਰ ਵਸ ਜਾਏ, ਸੁਣਨ ਵਾਲਿਆਂ ਦੇ ਸਭ ਦੇ ਅੰਦਰ ਵਸ ਜਾਏ ਪਰਮੇਸ਼ਰ ਪਿਤਾ। ਔਰ ਇਹ ਵਚਨ ਬਹੁਤ ਸਾਰਾ ਫਲ ਲੈ ਕੇ ਆਏ, ਔਰ ਇਹ ਸਾਰੇ ਵਚਨ ਨੂੰ ਯਿਸੂ ਮਸੀਹ ਦੇ ਲਹੂ ਦੇ ਵਿੱਚ ਢੱਕਦੇ ਹਾਂ ਤਾਂ ਕਿ ਦੁਸ਼ਮਣ ਚੁਰਾ ਨਾ ਸਕੇ। ਔਰ ਇਹ ਵਚਨ ਬਹੁਤ ਸਾਰਾ ਫਲ ਲੈ ਕੇ ਆਏ ਪਰਮੇਸ਼ਰ ਪਿਤਾ। ਔਰ ਇਹ ਸਭ ਕੁਝ ਮੰਗਦੇ ਹਾਂ ਆਪ ਦੇ ਇਕਲੌਤੇ ਪੁੱਤਰ, ਸਾਡੇ ਮੁਕਤੀਦਾਤਾ ਯਿਸੂ ਮਸੀਹ ਦੇ ਨਾਮ ਦੇ ਵਿੱਚ, ਆਮੀਨ।